TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੂੰ ਅੱਜ ਦੇ ਪ੍ਰੋਗਰਾਮ ਦੌਰਾਨ ਵਿਚਾਰਿਆ ਜਾਣਾ ਹੈ, ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਕੈਨੇਡਾ ਵਿੱਚ ਪੱਕੇ ਹੋਣ ਸੰਬੰਧੀ ਅਰਜ਼ੀਆਂ ਦੇਣ ਲਈ ਲੋਕਾਂ ਵਿੱਚ ਭਾਰੀ ਉਤਸੁਕਤਾ। ਵੱਡੀ ਖਬਰ, ਬਰਤਾਨੀਆ ਹਰ ਸਾਲ 18 ਤੋਂ 30 ਸਾਲ ਦੇ ਭਾਰਤੀ ਨੂੰ ਦੇਵੇਗਾ ਵਰਕ ਵੀਜ਼ਾ। ਰਿਸ਼ਤਾ ਤੋੜਨ ਤੇ ਮਿਲੀ ਮੌਤ ਦੀ ਸਜ਼ਾ। ਦੁਨੀਆ 'ਚ 15 ਕਰੋੜ ਤੋਂ ਵੀ ਵੱਧ ਲੋਕ ਭੁੱਖਮਰੀ ਦੀ ਕਗਾਰ ਤੇ। ਅਫਗਾਨਿਸਤਾਨ ਦੇ 20,000 ਸ਼ਰਨਾਰਥੀਆਂ ਨੂੰ ਰਾਸ਼ਨ ਦੇਣਗੇ ਡਾਕਟਰ SP ਸਿੰਘ ਅਬਰਾਏ। ਪੰਜਾਬ ਵਿੱਚ ਆਕਸੀਜਨ ਪਲਾਂਟ ਲਗਾਉਣ ਦੀ ਵੀ ਡਾਕਟਰ ਅਬਰਾਏ ਨੇ ਕੀਤੀ ਪੇਸ਼ਕਸ਼। ਹਾਈ ਕੋਰਟ ਨੇ ਖੁਦ ਮਰੀਜ਼ ਬਣ ਕੇ ਸਰਕਾਰੀ ਤੰਤਰ ਦੀ ਖੋਲੀ ਪੋਲ। ਅਤੇ ਪਟਿਆਲਾ ਜੇਲ੍ਹ ਵਿੱਚੋਂ ਫਰਾਰ ਕੈਦੀਆਂ ਵਿੱਚੋਂ ਇੱਕ ਗ੍ਰਿਫਤਾਰ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਤੇ ਨਾਲ ਟਿੱਪਣੀਆਂ ਵੀ ਬਣਦੀਆਂ ਸਰਦੀਆਂ ਕੀਤੀਆਂ ਜਾਣਗੀਆਂ। ਤੇ ਨਾਲ ਤੁਹਾਨੂੰ ਸਭਨਾਂ ਨੂੰ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਜਿੱਥੇ ਤੁਹਾਡੇ ਲਈ ਹਫ਼ਤੇ ਦੇ 7 ਦਿਨ ਸਾਡਾ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਕਈ ਵਾਰੀ ਕੋਈ ਬ੍ਰੇਕਿੰਗ ਨਿਊਜ਼, ਕੋਈ ਵੱਡੀ ਖਬਰ ਆਉਂਦੀ ਆ, ਉਹ ਵੀ ਅਸੀਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਹਦੇ ਨਾਲ ਹੀ ਹਰ ਰੋਜ਼ ਵੈਨਕੂਵਰ ਦੇ ਸਮੇਂ ਮੁਤਾਬਕ ਸਵੇਰੇ 7 ਵਜੇ ਅਤੇ ਪੰਜਾਬ ਦੇ ਸਮੇਂ ਦੇ ਅਨੁਸਾਰ ਸ਼ਾਮ ਦੇ 7:30 ਵਜੇ ਪ੍ਰੋਗਰਾਮ ਪੰਜਾਬ ਬੋਲਦਾ ਲਾਈਵ ਪੇਸ਼ ਕੀਤਾ ਜਾਂਦਾ ਹੈ। ਸਮੇਂ ਸਿਰ, ਭਾਵੇਂ ਤੁਹਾਨੂੰ ਨੋਟੀਫਿਕੇਸ਼ਨ ਆਵੇ ਜਾਂ ਨਾ ਆਵੇ, ਕਿਰਪਾ ਕਰਕੇ 7:30 ਦਾ ਇੰਤਜ਼ਾਰ ਕਰਕੇ ਆਪਣੇ ਆਪ ਆ ਜਾਇਆ ਕਰੋ। ਉਮੀਦ ਹੈ ਕਿ ਇਸ ਬੇਨਤੀ ਨੂੰ ਤੁਸੀਂ ਸਵੀਕਾਰ ਕਰੋਗੇ। ਤੇ ਕੈਨੇਡਾ ਦੇ ਵਿੱਚ ਅੱਜ ਸਭ ਤੋਂ ਵੱਧ ਹਿਲਚੁਲ ਦੇਖਣ ਨੂੰ ਮਿਲ ਰਹੀ ਹੈ। ਕਾਰਨ ਇਹ ਕਿ ਕਿਤੇ ਫੋਟੋਆਂ ਖਿਚਵਾਉਣ ਵਾਲੇ, ਉੱਥੇ ਲੰਬੀਆਂ ਲਾਈਨਾਂ। ਜਿੱਥੇ ਕਿਤੇ ਕੋਈ ਇਮੀਗ੍ਰੇਸ਼ਨ ਦੀ ਡਾਕਟਰੀ ਕਰਦਾ, ਉੱਥੇ ਲੰਬੀਆਂ ਲਾਈਨਾਂ। ਜਿੱਥੇ ਕਿਤੇ ਫਿੰਗਰਪ੍ਰਿੰਟ ਹੁੰਦੇ ਨੇ, ਉੱਥੇ ਲੰਬੀਆਂ ਲਾਈਨਾਂ। ਇਮੀਗ੍ਰੇਸ਼ਨ ਦੇ ਵਕੀਲਾਂ ਦੇ ਦਫ਼ਤਰਾਂ ਦੇ ਵਿੱਚ ਲੰਬੀਆਂ ਲਾਈਨਾਂ। ਇਮੀਗ੍ਰੇਸ਼ਨ ਕੰਸਲਟੈਂਟਸ ਦੇ ਬਾਬਤ ਲੋਕ ਜਾਣਕਾਰੀ ਅਕਸਰ ਲੈਂਦੇ ਵੇਖੇ ਗਏ। ਕਾਰਨ ਕੀ ਸੀ? ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਵਰਕ ਪਰਮਿਟ ਤੇ ਆਏ ਸੀ, ਸਾਲ ਦਾ ਤਜਰਬਾ ਲਈ ਫਿਰਦੇ ਆ। ਕਈ ਉਹ ਲੋਕ ਹੈ ਜਿਹੜੇ ਸਟੂਡੈਂਟ ਦੇ ਤੌਰ ਤੇ ਆਏ ਸੀ, ਆਪਣੀ ਡਿਗਰੀ ਡਿਪਲੋਮਾ ਪ੍ਰਾਪਤ ਕਰ ਚੁੱਕੇ ਸੀ। ਉਹਨਾਂ ਵਾਸਤੇ ਬੀਤੇ ਦਿਨੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਇੱਕ ਨਵਾਂ ਐਲਾਨ ਕੀਤਾ ਸੀ ਕਿ ਵਿਦਿਨ ਕੈਨੇਡਾ, ਭਾਵ ਕੈਨੇਡਾ ਦੇ ਅੰਦਰੋਂ 90,000 ਲੋਕਾਂ ਨੂੰ ਅਸੀਂ PR ਬਣਾਉਣਾ ਹੈ। ਕਾਰਨ ਇਹ ਸੀ ਕਿ ਬੀਤੇ ਵਰੇ ਵੀ ਤੇ ਇਸ ਸਾਲ ਵੀ ਬਹੁਤ ਸਾਰੇ ਲੋਕ ਕੈਨੇਡਾ ਆਉਣਾ ਤਾਂ ਚਾਹੁੰਦੇ ਸੀ, ਪਰ ਬਾਹਰਲੇ ਮੁਲਕਾਂ ਦੇ ਵਿੱਚੋਂ ਇਸ ਮਹਾਮਾਰੀ ਦੇ ਕਾਰਨ ਲਿਆਂਦੇ ਨਾ ਜਾ ਸਕੇ। ਇਸ ਨਵੇਂ ਅਤੇ ਵੱਡੇ ਐਲਾਨ ਦੇ ਕਾਰਨ ਕੈਨੇਡਾ ਦੇ ਵਿੱਚ ਜਿਹੜੇ ਰਹਿੰਦੇ ਸੀ, ਪੱਕੇ ਨਹੀਂ ਸੀ, PR ਨਹੀਂ ਸੀ, ਉਹਨਾਂ ਦੇ ਵਿੱਚ ਹਿਲਚੁਲ ਸੀ। ਇਮੀਗ੍ਰੇਸ਼ਨ ਮੰਤਰਾਲੇ ਦੇ ਮੁਤਾਬਕ 90,000 ਵਿਦੇਸ਼ੀਆਂ ਨੂੰ ਕੈਨੇਡਾ ਦੇ ਵਿੱਚ ਪੱਕਾ ਕੀਤਾ ਜਾਣਾ ਹੈ। ਇਹਦੇ ਤਹਿਤ ਕੈਨੇਡਾ ਵਿੱਚ ਸਿਹਤ ਸੇਵਾਵਾਂ ਦੇ ਵਿੱਚ ਕੰਮ ਕਰਨ ਵਾਲੇ 20,000, ਹੋਰ ਲੋੜੀਂਦੇ ਕਿੱਤਿਆਂ ਦੇ ਵਿੱਚ ਕੰਮ ਕਰਦੇ 30,000 ਅਤੇ 40,000 ਜਿਹੜੇ ਕੈਨੇਡਾ ਦੇ ਵਿੱਚ ਪੜ੍ਹਾਈ ਕਰ ਚੁੱਕੇ ਨੇ, ਭਾਵ ਇੰਟਰਨੈਸ਼ਨਲ ਵਿਦਿਆਰਥੀ ਰਹਿ ਚੁੱਕੇ ਨੇ, ਉਹ ਅਰਜ਼ੀਆਂ ਦੇ ਸਕਦੇ ਆ। ਅਰਜ਼ੀਆਂ ਸਿਰਫ ਤੇ ਸਿਰਫ ਇਹ ਆਨਲਾਈਨ ਲਈਆਂ ਜਾ ਰਹੀਆਂ ਨੇ। ਅੱਜ 6 ਮਈ ਤੋਂ ਇਹ ਆਨਲਾਈਨ ਖੋਲ੍ਹ ਦਿੱਤੀਆਂ ਗਈਆਂ ਨੇ ਅਤੇ 5 ਨਵੰਬਰ 2021 ਤੱਕ ਇਹ ਆਨਲਾਈਨ ਅਰਜ਼ੀਆਂ ਲਈਆਂ ਜਾ ਸਕਣਗੀਆਂ। ਪਰ ਜਿਹੜੀ ਸ਼੍ਰੇਣੀ ਵਿੱਚ ਲੋੜੀਂਦੀਆਂ ਵੱਧ ਤੋਂ ਵੱਧ ਅਰਜ਼ੀਆਂ ਜਦੋਂ ਉਹਨਾਂ ਨੂੰ ਪੂਰੀਆਂ ਹੋ ਗਈਆਂ, ਭਾਵ 20 ਹੋ ਗਈਆਂ, 30 ਹੋ ਗਈਆਂ ਜਾਂ 40,000, ਜਿੰਨੀ ਵੀ ਉਹਦੇ ਵਿੱਚ ਹੱਦ ਰੱਖੀ ਗਈ ਹੈ, ਕੈਪ ਰੱਖਿਆ ਗਿਆ ਹੈ, ਜਦੋਂ ਉਹ ਓਨੀਆਂ ਅਰਜ਼ੀਆਂ ਸੰਬੰਧਿਤ ਸ਼੍ਰੇਣੀ ਵਿੱਚ ਚਲੇ ਗਈਆਂ ਤੇ ਉਹ ਸਿਸਟਮ ਨੇ ਆਪਣੇ ਆਪ ਬੰਦ ਹੋ ਜਾਣਾ ਹੈ। ਕਹਿਣ ਦਾ ਭਾਵ, ਜੇਕਰ ਅੱਜ ਇੱਕੋ ਹੀ ਦਿਨ ਦੇ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਵਿੱਚ 90,000 ਅਰਜ਼ੀਆਂ ਚਲੀਆਂ ਗਈਆਂ ਤਾਂ ਹੋਰ ਅਰਜ਼ੀਆਂ ਸਵੀਕਾਰੀਆਂ ਨਹੀਂ ਜਾਣਗੀਆਂ। ਹੁਣ ਤੱਕ ਦੀ ਜਾਣਕਾਰੀ ਇਹ ਹੈ। ਕੱਲ੍ਹ ਨੂੰ ਇਹਦੇ ਵਿੱਚ ਕੋਈ ਅਪਡੇਟ ਆਈ ਤੇ ਤੁਹਾਨੂੰ ਜ਼ਰੂਰ ਦੱਸਾਂਗੇ। ਜਾਣਕਾਰੀ ਦੇ ਮੁਤਾਬਕ ਅਰਜ਼ੀਆਂ ਸਾਰੀ ਦੀਆਂ ਸਾਰੀਆਂ ਆਨਲਾਈਨ ਰੱਖੀਆਂ ਗਈਆਂ ਨੇ। ਸ਼ਰਤ ਇਹ ਹੈ, ਅਰਜ਼ੀ ਦਾ ਫਾਰਮ ਅਤੇ ਉਸ ਨਾਲ ਲੋੜੀਂਦੇ ਦਸਤਾਵੇਜ਼, ਜਿਸ ਦੇ ਵਿੱਚ ਕੰਮ ਦਾ ਤਜਰਬਾ, ਜਿਸ ਦੇ ਵਿੱਚ ਤੁਹਾਡੀ ਅੰਗਰੇਜ਼ੀ ਜਾਂ ਫਰੈਂਚ ਦੇ ਵਿੱਚ ਮੁਹਾਰਤ, ਭਾਵ IELTS ਵਗੈਰਾ ਦਾ ਸਰਟੀਫਿਕੇਟ, ਇਹ ਇੱਕੋ ਹੀ ਵਾਰੀ ਮੁਕੰਮਲ ਤੌਰ ਤੇ ਫਾਈਲ ਕੀਤੇ ਜਾਣੇ ਲਾਜ਼ਮੀ ਹੈ। ਕੋਈ ਅਧੂਰੀ ਫਾਈਲ ਸਵੀਕਾਰੀ ਨਹੀਂ ਜਾਏਗੀ। ਇਮੀਗ੍ਰੇਸ਼ਨ ਅਧਿਕਾਰੀਆਂ ਨੂੰ
ਪੱਕੀ ਇਮੀਗ੍ਰੇਸ਼ਨ ਦੀਆਂ ਇਹ ਅਰਜ਼ੀਆਂ ਸਵੀਕਾਰ ਕਰਨ ਜਾਂ ਇਨਕਾਰ ਕਰਨ ਦੇ ਮੰਤਰਾਲੇ ਵੱਲੋਂ ਪੂਰੇ ਅਧਿਕਾਰ ਦਿੱਤੇ ਗਏ ਨੇ, ਜਿਸ ਕਰਕੇ ਅਧੂਰੀ ਅਰਜ਼ੀ ਦੇ ਦਸਤਾਵੇਜ਼ ਪੂਰੇ ਕਰਨ ਦਾ ਬਿਨੈਕਾਰ ਨੂੰ ਮੌਕਾ ਦੁਬਾਰਾ ਨਹੀਂ ਦਿੱਤਾ ਜਾ ਸਕਦਾ। ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਹਰੇਕ ਅਰਜ਼ੀ ਦਾ ਨਿਪਟਾਰਾ 6 ਮਹੀਨਿਆਂ ਦੇ ਅੰਦਰ ਵਿੱਚ ਕੀਤੇ ਜਾਣ ਦਾ ਵੀ ਟੀਚਾ ਮਿੱਥਿਆ ਗਿਆ ਹੈ। ਅਪਲਾਈ ਕਰਨ ਸਮੇਂ ਕੋਈ ਬਿਨੈਕਾਰ ਨੌਕਰੀ ਕਰਦਾ ਹੋਣਾ ਚਾਹੀਦਾ ਹੈ, ਭਾਵ ਉਹਦਾ ਵਰਕ ਪਰਮਿਟ ਐਕਸਪਾਇਰ ਨਾ ਹੋਵੇ, ਬਿਮਾਰੀ ਜਾਂ ਕਿਸੇ ਹੋਰ ਛੁੱਟੀ ਕਾਰਨ ਛੁੱਟੀ ਨਾ ਲਈ ਹੋਵੇ, ਪਰ ਜਿਹੜੇ ਕੰਮ ਦੇ ਤਜਰਬੇ ਦੀ ਸ਼ਰਤ ਪੂਰੀ ਕਰਕੇ ਅਪਲਾਈ ਕੀਤਾ ਜਾ ਰਿਹਾ ਹੋਵੇ। ਅਰਜ਼ੀ ਕਰਨ ਸਮੇਂ ਉਸ ਕਿੱਤੇ ਵਿੱਚ ਕੰਮ ਕਰਦੇ ਹੋਣਾ ਲਾਜ਼ਮੀ ਨਹੀਂ, ਭਾਵ ਮੰਨ ਲਓ ਪਹਿਲਾਂ ਤੁਸੀਂ ਪਲੰਬਰ ਦਾ ਕੰਮ ਕਰਦੇ ਸੀ, 1 ਸਾਲ ਦਾ ਤੁਹਾਡਾ ਤਜਰਬਾ ਹੋ ਚੁੱਕਿਆ, ਪਰ ਹੁਣ ਤੁਸੀਂ ਇਲੈਕਟ੍ਰੀਸ਼ੀਅਨ ਦਾ ਕਰਦੇ ਹੋ। ਇਹ ਜ਼ਰੂਰੀ ਨਹੀਂ ਕੰਮ ਤੁਹਾਡਾ ਭਾਵੇਂ ਬਦਲਿਆ ਹੋਵੇ, ਪਰ ਕੰਮ ਕਰਦੇ ਲਾਜ਼ਮੀ ਹੋਣੇ ਚਾਹੀਦੇ ਹੋ। ਤੇ ਬੀਤੇ ਕੁਝ ਹਫ਼ਤਿਆਂ ਤੋਂ ਕੈਨੇਡਾ ਸਰਕਾਰ ਦੇ ਐਲਾਨ ਮੁਤਾਬਕ ਇਹ ਆਸਾਨ ਸ਼ਰਤਾਂ ਦੇ ਤਹਿਤ ਪੱਕੇ ਹੋਣ ਦੀ ਉਡੀਕ ਦੇ ਵਿੱਚ ਬਹੁਤ ਸਾਰੇ ਲੋਕ ਨੇ, ਉਹਨਾਂ ਵਿੱਚ ਵੱਡੀ ਗਿਣਤੀ ਭਾਰਤੀਆਂ ਦੀ ਹੈ, ਆਪਣੇ ਦਸਤਾਵੇਜ਼ ਪੂਰੇ ਕਰਨ ਦੇ ਵਿੱਚ ਜੁਟੇ ਹੋਏ ਸੀ। ਸਰਕਾਰ ਦੀ ਐਪਲੀਕੇਸ਼ਨ ਵਾਲਾ ਪੋਰਟ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਮੀਗ੍ਰੇਸ਼ਨ ਮਾਮਲਿਆਂ ਦੇ ਕੁਝ ਮਾਹਰ ਇਹ ਮੰਨਦੇ ਹੈ ਕਿ 90,000 ਅਰਜ਼ੀਆਂ ਦਾ ਟੀਚਾ ਕੁਝ ਦਿਨਾਂ ਵਿੱਚ ਪੂਰੇ ਹੋ ਜਾਣ ਦੀ ਸੰਭਾਵਨਾ ਹੈ, ਪਰ ਇਹਦੇ ਵਿੱਚ ਕੁਝ ਢਿੱਲਾਂ ਦਿੱਤੀਆਂ ਗਈਆਂ ਨੇ, ਕਿਉਂਕਿ ਇੱਕੋ ਹੀ ਦਿਨ ਦੇ ਵਿੱਚ ਜਾਂ ਕੁਝ ਦਿਨਾਂ ਦੇ ਵਿੱਚ ਸਭ ਦਾ ਮੈਡੀਕਲ ਨਹੀਂ ਸੀ ਹੋ ਸਕਦਾ। ਇਸ ਕਰਕੇ ਆਖਿਆ ਗਿਆ ਕਿ ਜੇਕਰ ਤੁਹਾਡਾ ਮੈਡੀਕਲ ਨਹੀਂ ਹੋਇਆ, ਪਰ ਤੁਹਾਡੇ ਕੋਲੇ ਮੈਡੀਕਲ ਬੁਕਿੰਗ ਦੀ ਰਸੀਦ ਹੋਵੇ, ਤੁਹਾਡੇ ਕੋਲ ਸਰਟੀਫਿਕੇਟ ਹੋਵੇ ਕਿ ਹਾਂ ਅਸੀਂ ਆਪਣਾ ਮੈਡੀਕਲ ਬੁੱਕ ਕਰਵਾਇਆ ਹੋਇਆ ਪਰ ਹਾਲੇ ਹੋਇਆ ਨਹੀਂ, ਉਹ ਅਰਜ਼ੀ ਨਾਲ ਲਾਇਆ ਜਾ ਸਕਦਾ ਹੈ। ਇਸੇ ਤਰੀਕੇ ਨਾਲ ਤੁਹਾਡੇ ਕੋਲੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਨਾ ਹੋਵੇ, ਉਹਦੀ ਬੁਕਿੰਗ ਲਾਈ ਜਾ ਸਕਦੀ ਹੈ, ਜਾਂ ਅਸੀਂ ਫਿੰਗਰਪ੍ਰਿੰਟ ਜਾਂ ਆਪਣੀ PCC ਕਰਵਾ ਲਈ ਹੈ ਪਰ ਇਹ ਨਤੀਜਾ ਆਉਣਾ ਬਾਕੀ ਹੈ। ਪਰ ਇੱਕ ਗੱਲ ਹੋਰ ਬੜੀ ਲਾਜ਼ਮੀ ਹੈ, ਜੇਕਰ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ 6 ਮਹੀਨਿਆਂ ਤੋਂ ਵੱਧ ਰਹੇ ਹੋ ਤਾਂ ਉਹ ਸਾਰੇ ਮੁਲਕਾਂ ਦੀਆਂ PCC ਤੁਹਾਨੂੰ ਚਾਹੀਦੀਆਂ ਨੇ, ਭਾਵ ਕੈਨੇਡਾ ਵਿੱਚ ਸਾਲ ਰਹਿੰਦਿਆਂ ਨੂੰ ਹੋ ਗਿਆ ਕੈਨੇਡਾ ਦੀ ਚਾਹੀਦੀ ਹੈ, ਇੰਡੀਆ 'ਚ ਤੁਸੀਂ 18 ਸਾਲ ਤੋਂ ਵੱਡੇ ਹੋ ਕੇ ਆਏ ਹੋ ਤੁਹਾਨੂੰ ਇੰਡੀਆ ਦੀ ਚਾਹੀਦੀ ਹੈ। ਕਈ ਲੋਕ ਇਹ ਵੀ ਆ ਕਿ 6 ਮਹੀਨਿਆਂ ਤੋਂ ਵੱਧ ਹੋ ਸਕਦਾ ਆਸਟ੍ਰੇਲੀਆ 'ਚ ਸਾਲ ਰਹਿ ਕੇ ਆਏ ਹੋਣ, ਹੋ ਸਕਦਾ ਨਿਊਜ਼ੀਲੈਂਡ ਤੋਂ ਆਏ ਹੋਣ, ਹੋ ਸਕਦਾ ਉੱਥੋਂ ਬਰਤਾਨੀਆ ਚਲੇ ਗਏ ਹੋਣ, ਭਾਵ ਜਿੰਨੇ ਵੀ ਮੁਲਕਾਂ ਦੇ ਵਿੱਚ ਤੁਸੀਂ 6 ਮਹੀਨੇ ਤੋਂ ਵੱਧ ਦਾ ਸਮਾਂ ਰਹਿ ਕੇ ਆਏ ਹੋ, ਸਾਰਿਆਂ ਦੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਵੀ ਤੁਹਾਨੂੰ ਚਾਹੀਦੇ ਨੇ। ਪਰ ਜੇਕਰ ਇਸ ਵਕਤ ਤੁਹਾਡੇ ਕੋਲ ਨਹੀਂ ਤਾਂ ਤੁਸੀਂ ਅਪਲਾਈ ਕੀਤੇ ਹੋਣ ਦਾ ਸਬੂਤ ਨਾਲ ਲਾ ਕੇ ਆਪਣੀ ਐਪਲੀਕੇਸ਼ਨ ਆਨਲਾਈਨ ਸਬਮਿਟ ਕਰ ਸਕਦੇ ਹੋ। ਅਗਲੀ ਖਬਰ, ਇਹ ਖਬਰ ਬਰਤਾਨੀਆ ਵਾਲੇ ਪਾਸਿਓਂ ਹੈ, ਖਾਸ ਕਰਕੇ ਭਾਰਤੀ ਲੋਕਾਂ ਨੂੰ ਇਹਦਾ ਵੱਡਾ ਫਾਇਦਾ ਹੋ ਸਕਦਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਮਹੱਤਵਪੂਰਨ ਨਵੀਂ ਇਮੀਗ੍ਰੇਸ਼ਨ ਅਤੇ ਆਵਾਜਾਈ ਸਮਝੌਤਾ ਸਾਡਾ ਬਰਤਾਨੀਆ ਦੇ ਨਾਲ ਸਹੀਬੱਧ ਹੋ ਗਿਆ ਹੈ। ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਨਾਲ ਬੀਤੇ ਮੰਗਲਵਾਰ ਨੂੰ ਉਹਨਾਂ ਲੰਡਨ ਦੇ ਵਿੱਚ ਮੁਲਾਕਾਤ ਕੀਤੀ। ਜੈਸ਼ੰਕਰ ਨੇ ਆਖਿਆ ਕਿ ਇਹ ਸਮਝੌਤਾ ਦੋਵਾਂ ਮੁਲਕਾਂ ਵਿਚਕਾਰ ਮੌਜੂਦਾ ਸੰਪਰਕ ਨੂੰ ਹੋਰ ਮਜ਼ਬੂਤ ਕਰੇਗਾ, ਮਜ਼ਬੂਤ ਰਿਸ਼ਤਿਆਂ ਨੂੰ ਵੀ ਕਰੇਗਾ। ਬਰਤਾਨੀਆ ਦੇ ਗ੍ਰਹਿ ਵਿਭਾਗ ਦੇ ਦਫ਼ਤਰ ਦੇ ਮੁਤਾਬਕ ਨਵੇਂ ਸਮਝੌਤੇ ਦੇ ਮੁਤਾਬਕ ਦੋਵਾਂ ਮੁਲਕਾਂ ਦੇ 18 ਤੋਂ 30 ਸਾਲ ਦੀ ਉਮਰ ਦੇ 3000 ਲੋਕਾਂ ਨੂੰ ਪੇਸ਼ੇਵਰ ਅਤੇ ਸੱਭਿਆਚਾਰਕ ਆਦਾਨ ਪ੍ਰਦਾਨ ਦੇ ਤਹਿਤ 24 ਮਹੀਨੇ ਤੱਕ ਲਈ, ਭਾਵ 2 ਸਾਲਾਂ ਤੱਕ ਲਈ ਇੱਕ ਦੂਸਰੇ ਮੁਲਕ ਵਿੱਚ ਕੰਮ ਕਰਨ ਦੀ ਸੁਵਿਧਾ ਦਿੱਤੀ ਜਾਇਆ ਕਰੇਗੀ। ਇਸ ਨਾਲ ਉਹਨਾਂ ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਦੇ ਵਿੱਚ ਵੀ ਤੇਜ਼ੀ ਆਏਗੀ, ਜਿਨ੍ਹਾਂ ਦਾ ਬਰਤਾਨੀਆ ਦੇ ਵਿੱਚ ਰਹਿਣ ਦਾ ਭਾਵ ਕੋਈ ਜਾਇਜ਼ ਅਧਿਕਾਰ ਨਹੀਂ, ਕੱਚੇ ਲੋਕ ਫਿਰਦੇ ਆ ਬਗੈਰ ਦਸਤਾਵੇਜ਼ ਦੇ ਨੇ, ਉਹਨਾਂ ਨੂੰ ਵੀ ਛੇਤੀ ਹੁਣ ਇਸ ਨਵੇਂ ਸਮਝੌਤੇ ਦੇ ਤਹਿਤ ਭਾਰਤ ਭੇਜਿਆ ਜਾ ਸਕਿਆ ਕਰੇਗਾ। ਇਸੇ ਤਰ੍ਹਾਂ ਬਰਤਾਨਵੀ ਨਾਗਰਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਵੀ ਸੁਖਾਲੀ ਹੋਏਗੀ। ਇਸ ਦੇ ਨਾਲ ਹੀ ਇਸ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਨੂੰ ਲੈ ਕੇ ਜ਼ਿਆਦਾ ਸਹਿਯੋਗ ਤੇ ਵੀ ਯਕੀਨ ਬਣੇਗਾ। ਜੈਸ਼ੰਕਰ ਨੇ ਬਰਤਾਨੀਆ ਦੀ ਮੰਤਰੀ ਦੇ ਨਾਲ ਆਪਣੀ ਬੈਠਕ ਦੀਆਂ ਕੁਝ ਤਸਵੀਰਾਂ ਵੀ ਟਵੀਟ ਕੀਤੀਆਂ ਨੇ। ਗ੍ਰਹਿ ਮੰਤਰੀ ਬਰਤਾਨੀਆ ਦੀ ਪ੍ਰੀਤੀ ਪਟੇਲ ਦੇ ਨਾਲ ਉਹਨਾਂ ਲਿਖਿਆ ਹੈ ਕਿ ਅੱਜ ਇੱਕ ਉਪਯੋਗੀ ਬੈਠਕ ਹੋਈ, ਇਮੀਗ੍ਰੇਸ਼ਨ ਅਤੇ ਆਵਾਜਾਈ ਸਾਂਝੇਦਾਰੀ ਸਮਝੌਤੇ ਤੇ ਦਸਤਖਤ ਹੋਏ। ਉਹਨਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਭਾਰਤ ਅਤੇ ਬਰਤਾਨੀਆ ਵਿਚਕਾਰ ਮੌਜੂਦਾ ਸੰਪਰਕ ਮਜ਼ਬੂਤ ਹੋਵੇਗਾ। ਸਮਝੌਤੇ ਦੇ ਇੱਕ ਸਹਿਮਤੀ ਪੱਤਰ ਦੇ ਰੂਪ ਵਿੱਚ ਉਹ ਕਹਿੰਦੇ ਮੋਹਰ ਲੱਗ ਗਈ ਹੈ। ਇਹ ਵੀ ਨਾਲ ਦੱਸਿਆ ਗਿਆ ਕਿ ਬੀਤੇ ਮੰਗਲਵਾਰ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਕਾਰ ਇੱਕ ਆਨਲਾਈਨ ਸਿਖਰ ਸੰਮੇਲਨ ਦੇ ਵਿੱਚ ਸਹਿਮਤੀ ਬਣੀ ਸੀ। ਉਹ ਸਹਿਮਤੀ ਦੇ ਨਤੀਜਿਆਂ ਦਾ ਕਹਿੰਦੇ ਇੱਕ ਸਬੂਤ ਤੁਹਾਡੇ ਸਾਹਮਣੇ ਪਿਆ। ਪ੍ਰੀਤੀ ਪਟੇਲ ਨੇ ਆਖਿਆ ਕਿ ਭਾਰਤ ਸਰਕਾਰ ਵਿੱਚ ਸਾਡੇ ਕਰੀਬੀ ਸਹਿਯੋਗੀਆਂ ਨਾਲ ਇਸ ਮਹੱਤਵਪੂਰਨ ਸਮਝੌਤੇ ਨਾਲ ਬਰਤਾਨੀਆ ਅਤੇ ਭਾਰਤ ਦੇ ਹਜ਼ਾਰਾਂ ਨੌਜਵਾਨਾਂ ਨੂੰ
ਇੱਕ ਦੂਸਰੇ ਮੁਲਕ ਵਿੱਚ ਰਹਿਣ, ਕੰਮ ਕਰਨ, ਇੱਕ ਦੂਸਰੇ ਦੇ ਸੱਭਿਆਚਾਰ ਦਾ ਅਨੁਭਵ ਕਰਨ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ। ਉਹਨਾਂ ਇਹ ਵੀ ਕਿਹਾ ਕਿ ਸਮਝੌਤਾ ਇਹ ਵੀ ਯਕੀਨੀ ਕਰੇਗਾ ਕਿ ਬਰਤਾਨਵੀ ਸਰਕਾਰ ਉਹਨਾਂ ਲੋਕਾਂ ਨੂੰ ਜ਼ਿਆਦਾ ਆਸਾਨੀ ਨਾਲ ਵਾਪਸ ਭੇਜ ਸਕੇਗੀ ਜਿਨ੍ਹਾਂ ਕੋਲ ਬਰਤਾਨੀਆ ਦੇ ਵਿੱਚ ਰਹਿਣ ਵਾਸਤੇ ਕੋਈ ਦਸਤਾਵੇਜ਼ ਨਹੀਂ ਨੇ। ਇਸ ਨਾਲ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਸਕੇਗੀ ਜੋ ਸਾਡੀ ਵਿਵਸਥਾ ਦੀ ਹੁਣ ਤੱਕ ਗਲਤ ਵਰਤੋਂ ਕਰ ਰਹੇ ਨੇ। ਇਸ ਸਮਝੌਤੇ ਨੂੰ ਦੋਵਾਂ ਮੁਲਕਾਂ ਵਿਚਾਲੇ ਇਸ ਤਰ੍ਹਾਂ ਦਾ ਇੱਕ ਪਹਿਲੀ ਤਰ੍ਹਾਂ ਦਾ ਇਹ ਸਮਝੌਤਾ ਮੰਨਿਆ ਜਾ ਰਿਹਾ ਹੈ। ਇਹਦੇ ਨਾਲ ਜਿੱਥੇ 3000 ਲੋਕਾਂ ਨੂੰ ਹਰ ਸਾਲ ਇੱਕ ਦੂਸਰੇ ਮੁਲਕ ਜਾ ਕੇ ਰਹਿਣ, ਕੰਮ ਕਰਨ, ਉੱਥੋਂ ਦੇ ਮੁਲਕ ਦੀਆਂ ਰੀਤਾਂ ਨੂੰ, ਰਿਵਾਜਾਂ ਨੂੰ, ਰਸਮਾਂ ਨੂੰ ਸਮਝਣ ਦੀ ਬਹੁਤ ਵੱਡੀ ਇੱਕ ਨਵੀਂ ਆਸ ਦੀ ਕਿਰਨ ਵੱਜੀ ਹੈ। ਉਹਦੇ ਨਾਲ ਨਾਲ ਜਿਹੜੇ ਲੋਕ ਕੱਚੇ ਰਹਿ ਰਹੇ ਨੇ ਉਹਨਾਂ ਤੇ ਤਲਵਾਰ ਵੀ ਲਟਕ ਗਈ ਹੈ। ਹੁਣ ਜਿਹੜੇ ਅੰਕੜੇ ਉੱਥੋਂ ਦੇ ਗ੍ਰਹਿ ਵਿਭਾਗ ਤੋਂ ਮਿਲੇ ਨੇ ਉਹਦੇ ਮੁਤਾਬਕ ਪਿਛਲੇ ਵਰੇ ਭਾਰਤ ਤੋਂ 53,000 ਤੋਂ ਜ਼ਿਆਦਾ ਵਿਦਿਆਰਥੀ ਬਰਤਾਨੀਆ ਦੇ ਵਿੱਚ ਪੜ੍ਹਨ ਵਾਸਤੇ ਗਏ, ਜੋ ਕਿ ਉਹਦੇ ਤੋਂ ਪਹਿਲੇ ਸਾਲ ਤੋਂ 42% ਵੱਧ ਦੱਸੇ ਗਏ ਨੇ। ਉਹਨਾਂ ਨੇ ਕਿਹਾ ਕਿ ਬਰਤਾਨੀਆ ਵਿੱਚ ਸਾਰੇ ਕੌਮਾਂਤਰੀ ਵਿਦਿਆਰਥੀਆਂ ਦੇ ਵਿੱਚੋਂ ਲਗਭਗ 1/4 ਭਾਰਤੀ ਨੇ। ਬਰਤਾਨੀਆ ਵਿੱਚ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਮੁੱਦਾ ਲੰਬੇ ਸਮੇਂ ਤੋਂ ਦੋ ਪੱਖੀ ਵਾਰਤਾ ਦੇ ਏਜੰਡੇ ਤੇ ਰਿਹਾ ਹੈ, ਪਰ ਹੁਣ ਵੇਖਦੇ ਹਾਂ ਕਿ ਜਿਹੜੀ ਆਹ ਸਹਿਮਤੀ ਬਣ ਗਈ ਹੈ ਇਹਦੇ ਨਾਲ ਉਹਨਾਂ ਦਾ ਕਿੰਨਾ ਕੁ ਜਲਦੀ ਹੱਲ ਹੁੰਦਾ ਹੈ। ਪਤਾ ਲੱਗਿਆ ਕਿ ਬਰਤਾਨੀਆ ਨੇ ਇਹ ਕਿਹਾ ਕਿ ਉਹਨਾਂ ਦੇ ਦੇਸ਼ ਵਿੱਚ ਲਗਭਗ 1 ਲੱਖ ਭਾਰਤੀ ਗੈਰ ਕਾਨੂੰਨੀ ਰੂਪ ਨਾਲ ਰਹਿ ਰਹੇ ਨੇ, ਜਿਨ੍ਹਾਂ ਨੂੰ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਲਦ ਤੋਂ ਪਹਿਲਾਂ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਹੁਣ ਤੁਸੀਂ ਦੇਖੋ ਕਿ ਕੈਨੇਡਾ ਦੇ ਵਿੱਚ ਲੋਕਾਂ ਨੂੰ ਪੱਕੇ ਕੀਤਾ ਜਾ ਰਿਹਾ ਹੈ ਤੇ ਬਰਤਾਨੀਆ ਵਾਲੇ ਉਹਨਾਂ ਨੂੰ ਬਾਹਰ ਕੱਢਣ ਨੂੰ ਫਿਰਦੇ ਹੈ। ਆਪੋ ਆਪਣੇ ਮੁਲਕ ਦੇ ਕਾਨੂੰਨ ਨੇ, ਪਰ ਇਸੇ ਕਰਕੇ ਤੁਹਾਨੂੰ ਹਰ ਵਾਰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਵੀ ਮੁਲਕ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਇੱਕ ਤਾਂ ਦੇਸ਼ ਨਿਕਾਲੇ ਦੀ ਤਲਵਾਰ ਤੁਹਾਡੇ ਸਿਰ ਤੇ ਹਮੇਸ਼ਾ ਲਟਕਦੀ ਰਹਿੰਦੀ ਹੈ, ਦੂਸਰੀ ਜਿੰਨੀ ਕੁ ਕਮਾਈ ਕਰਦੇ ਹੋ ਵਕੀਲਾਂ ਦੀ ਜੇਬ 'ਚ ਪਾਉਣੀ ਪੈਂਦੀ ਹੈ, ਤੀਸਰੀ ਕਈ ਵਾਰੀ ਜਿੱਥੇ ਤੁਸੀਂ ਗੈਰ ਕਾਨੂੰਨੀ ਤੌਰ ਤੇ ਕੰਮ ਕਰਦੇ ਹੋ ਉਹ ਤੁਹਾਡਾ ਪੈਸਾ ਟਕਾ ਵੀ ਮਾਰ ਲੈਂਦੇ ਹੈ। ਅਗਲੀ ਖਬਰ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਾਲੇ ਪਾਸੋਂ ਮਿਲੀ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਸਨਸਨੀ ਉਸ ਵਕਤ ਫੈਲ ਗਈ ਜਦੋਂ ਰਿਸ਼ਤਾ ਤੋੜਨ ਤੇ ਇੱਕ ਲੜਕੀ ਦੇ ਪਰਿਵਾਰ ਨੇ ਆਪਣੇ ਮਾਤਾ ਪਿਤਾ ਦੇ ਨਾਲ ਮਿਲ ਕੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਦੀ ਪਹਿਚਾਣ ਫੈਜ਼ਲ ਉਸਮਾਨ, ਜੀ ਹਾਂ ਫੈਜ਼ਲ ਉਸਮਾਨ ਇਸਲਾਮਾਬਾਦ ਦੇ ਜਿਹੜੇ ਰਹਿਣ ਵਾਲੇ ਸੀ ਉਹਦੇ ਵਜੋਂ ਹੋਈ ਹੈ। ਮ੍ਰਿਤਕ ਦਾ ਰਿਸ਼ਤਾ ਇਸਲਾਮਾਬਾਦ ਦੇ ਨੇੜਲੇ ਪਿੰਡ ਕੋਟ ਖਾਈ ਦੀ ਰਹਿਣ ਵਾਲੀ ਕੁੜੀ ਸ਼ਕੀਨਾ ਬਾਨੋ ਦੇ ਨਾਲ ਲਗਭਗ 2 ਮਹੀਨੇ ਪਹਿਲਾਂ ਹੋਇਆ। ਕੁਝ ਦਿਨ ਪਹਿਲਾਂ ਫੈਜ਼ਲ ਨੇ ਰਿਸ਼ਤਾ ਇਹ ਕਹਿ ਕੇ ਤੋੜ ਦਿੱਤਾ ਕਿ ਉਸਨੇ ਪਿੰਡ ਵਿੱਚ ਰਿਸ਼ਤਾ ਨਹੀਂ ਕਰਾਉਣਾ। ਇਸ ਗੱਲ ਦਾ ਜਦ ਸ਼ਕੀਨਾ ਬਾਨੋ ਅਤੇ ਉਸਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹ ਸਵੇਰੇ ਸਵੇਰੇ ਫੈਜ਼ਲ ਦੇ ਘਰ ਗੱਲ ਕਰਨ ਵਾਸਤੇ ਗਏ। ਰਿਸ਼ਤਾ ਤੋੜਨ ਸੰਬੰਧੀ ਜਦੋਂ ਗੱਲ ਚੱਲ ਰਹੀ ਸੀ ਤਾਂ ਫੈਜ਼ਲ ਅਤੇ ਸ਼ਕੀਨਾ ਦੇ ਵਿਚਕਾਰ ਤਕਰਾਰ ਹੋ ਗਿਆ। ਹੌਲੀ ਹੌਲੀ ਗੱਲ ਵੱਧ ਗਈ। ਤਕਰਾਰ ਹੋਣ ਤੋਂ ਬਾਅਦ ਸ਼ਕੀਨਾ ਦੇ ਪਿਤਾ ਨੇ ਫੈਜ਼ਲ ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਤਾ ਲੱਗਿਆ ਕਿ ਲੜਕੀ ਵਾਲੇ ਆਪਣੇ ਪਰਿਵਾਰ ਸਮੇਤ ਉੱਥੋਂ ਚਲੇ ਗਏ। ਗੋਲੀਆਂ ਲੱਗਣ ਤੇ ਜ਼ਖਮੀ ਹਾਲਤ ਵਿੱਚ ਜਦੋਂ ਫੈਜ਼ਲ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਫੈਜ਼ਲ ਨੇ ਜ਼ਖਮਾਂ ਦੀ ਤਾਬ ਨਾ ਝੱਲੀ, ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਮੁਕੱਦਮਾ ਦਰਜ ਹੋ ਗਿਆ। ਹੁਣ ਪੁਲਿਸ ਵਾਲੇ ਲੜਕੀ ਨੂੰ ਅਤੇ ਲੜਕੀ ਦੇ ਪਰਿਵਾਰ ਨੂੰ ਲੱਭਦੇ ਫਿਰਦੇ ਆ। ਹੁਣ ਤੁਸੀਂ ਦੇਖੋ ਕਿ ਜੇਕਰ ਰਿਸ਼ਤੇ ਦੀ ਬੁਨਿਆਦ ਕੀ ਹੁੰਦੀ ਹੈ? ਪਿਆਰ, ਮੁਹੱਬਤ, ਇਤਵਾਰ, ਵਿਸ਼ਵਾਸ। ਜੇਕਰ ਰਿਸ਼ਤਾ ਹਾਲੇ ਹੋਇਆ ਨਹੀਂ, ਮੰਗਣੀ ਤੋਂ ਬਾਅਦ ਹੀ ਜਵਾਬ ਸਵਾਲ ਹੋਣ ਲੱਗ ਪਏ ਹੈ। ਮੰਨ ਲਓ ਜੇ ਉਸ ਘਰ ਵਿੱਚ ਵਿਆਹ ਹੋ ਵੀ ਜਾਂਦਾ, ਧੱਕੇ ਨਾਲ ਕੁੜੀ ਉਸ ਘਰ ਤੋਰ ਵੀ ਦਿੱਤੀ ਜਾਂਦੀ, ਕਿ ਉਹ ਰਿਸ਼ਤਾ ਚੰਗੇ ਤਰੀਕੇ ਨਾਲ ਨਿਭ ਸਕਦਾ ਸੀ? ਹੋ ਸਕਦਾ ਉਮਰ ਭਰ ਦਾ ਕਲੇਸ਼ ਖੱਟ ਲੈਂਦੀ ਕੁੜੀ ਵੀ ਤੇ ਮੁੰਡੇ ਦਾ ਪਰਿਵਾਰ ਵੀ। ਤੇ ਅਗਲੀ ਖਬਰ ਹੈ ਜਿਹੜੀ ਲਗਭਗ ਹਰ ਦੂਜੇ ਚੌਥੇ ਦਿਨ ਮੈਂ ਇਸ ਗੱਲ ਦਾ ਜ਼ਿਕਰ ਕਰਦਾ ਕਿ ਰੋਟੀ ਓਨੀ ਲਓ ਜਿੰਨੀ ਸਾਨੂੰ ਜ਼ਰੂਰਤ ਹੈ, ਛੱਡੋ ਨਾ। ਜਿਨ੍ਹਾਂ ਨੂੰ ਮਿਲਦੀ ਨਹੀਂ ਉਹਨਾਂ ਨੂੰ ਪਤਾ ਹੈ। ਸ਼ਾਇਦ ਤੁਸੀਂ ਕਦੇ ਵੇਖਿਆ ਹੋਣਾ, ਤੁਸੀਂ ਬੱਸ ਵਿੱਚ, ਕਾਰ ਵਿੱਚ ਸਫ਼ਰ ਕਰਦੇ ਆ, ਬਹੁਤ ਸਾਰੇ ਬੱਚੇ, ਬਹੁਤ ਸਾਰੀਆਂ ਔਰਤਾਂ, ਬਹੁਤ ਸਾਰੇ ਬਜ਼ੁਰਗ ਜਿੱਥੇ ਡਰਮ ਸੁੱਟੇ ਹੁੰਦੇ ਨੇ ਕੂੜੇ ਦੇ, ਕਈ ਵਾਰੀ ਕੇਲਿਆਂ ਦੇ ਛਿੱਲੜ ਚੁੱਕ ਚੁੱਕ ਕੇ ਖਾ ਰਹੇ ਹੁੰਦੇ ਨੇ। ਭੁੱਖ ਇਨਸਾਨ ਤੋਂ ਕੀ ਨਹੀਂ ਕਰਵਾਉਂਦੀ। ਆ ਖਬਰ ਅੱਜ
ਯੂਨਾਈਟਿਡ ਨੇਸ਼ਨ ਦੇ ਵੱਲੋਂ ਮਿਲੀ ਹੈ ਕਿ ਦੁਨੀਆ ਦੇ ਵਿੱਚ ਕਰੀਬ 15 ਕਰੋੜ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ 2 ਵਕਤ ਦੀ ਰੋਟੀ ਮੁਸ਼ਕਲ ਨਾਲ ਵੀ ਨਸੀਬ ਨਹੀਂ ਹੋ ਰਹੀ। ਇਹਨਾਂ 'ਚ 1,33,000 ਲੋਕ ਉਹ ਨੇ ਜਿਹੜੇ ਭੁੱਖ ਦੇ ਕਰਕੇ ਬਿਲਕੁਲ ਮੌਤ ਦੇ ਕਿਨਾਰੇ ਜਾ ਚੁੱਕੇ ਹੈ। ਸੰਯੁਕਤ ਰਾਸ਼ਟਰ ਦੀ 55 ਮੁਲਕਾਂ ਤੇ ਸਾਲ 2020 ਦੇ ਵਿੱਚ ਤਿਆਰ ਕੀਤੀ ਗਈ ਇੱਕ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਸ ਸਾਲ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਨੇ, ਪਹਿਲਾਂ ਤੋਂ ਵੀ ਜ਼ਿਆਦਾ ਹਾਲਾਤ ਗੰਭੀਰ ਹੁੰਦੇ ਜਾ ਰਹੇ ਨੇ। ਰਿਪੋਰਟ ਨਾਲ ਦੁਨੀਆ ਦੇ ਖਰਾਬ ਹਾਲਾਤਾਂ ਦੀ ਜਾਣਕਾਰੀ ਮਿਲ ਰਹੀ ਹੈ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਸਾਲ 2019 ਦੀ ਤੁਲਨਾ ਦੇ ਵਿੱਚ 2020 ਦੇ ਵਿੱਚ ਸੁਧਾਰ ਨਹੀਂ ਹੋਇਆ, ਸਗੋਂ 2 ਕਰੋੜ ਨਵੇਂ ਲੋਕ ਭੁੱਖਮਰੀ ਦੀ ਕਤਾਰ ਵਿੱਚ ਆ ਕੇ ਖੜ ਗਏ। ਇਹਨਾਂ ਵਿੱਚ 2/3 ਲੋਕਾਂ ਦੀ ਗਿਣਤੀ 10 ਮੁਲਕਾਂ ਵਿੱਚ ਹੈ। ਇਹਨਾਂ ਵਿੱਚ ਕਾਂਗੋ ਦੱਸਿਆ ਗਿਆ, ਯਮਨ ਦੱਸਿਆ ਗਿਆ, ਅਫਗਾਨਿਸਤਾਨ, ਸੀਰੀਆ, ਸੁਡਾਨ, ਉੱਤਰੀ ਨਾਈਜੀਰੀਆ, ਇਥੋਪੀਆ, ਦੱਖਣੀ ਸੁਡਾਨ, ਜ਼ਿੰਬਾਬਵੇ ਤੇ ਹੈਤੀ ਦੱਸਿਆ ਜਾ ਰਿਹਾ ਹੈ। ਤੇ ਇਹਦੇ ਨਾਲ ਕਈ ਮੁਲਕ ਉਹ ਨੇ ਜਿਨ੍ਹਾਂ ਵਿੱਚ ਯਮਨ ਵੀ ਹੈ, ਦੱਖਣੀ ਸੁਡਾਨ ਵੀ ਹੈ, ਜਿਨ੍ਹਾਂ ਦੇ ਵਿੱਚ 1,33,000 ਉਹ ਲੋਕ ਨੇ ਜੋ ਭੁੱਖ ਦੇ ਕਾਰਨ, ਆਹਾਰ ਨਾ ਮਿਲਣ ਦੀ ਕਮੀ ਦੇ ਕਾਰਨ ਮੌਤ ਅਤੇ ਜ਼ਿੰਦਗੀ ਦੇ ਵਿਚਕਾਰ ਇਸ ਵਕਤ ਇਹ ਖੜੇ ਆ ਕਿ ਕਿਸੇ ਵਕਤ ਵੀ ਮੌਤ ਦਾ ਸ਼ਿਕਾਰ ਹੋ ਸਕਦੇ ਹੈ। 300 ਤੋਂ ਵੱਧ ਸਫ਼ਿਆਂ ਦੀ ਇਹ ਰਿਪੋਰਟ ਹੈ ਜਿਸ ਦੇ ਵਿੱਚ ਸੰਯੁਕਤ ਰਾਸ਼ਟਰ ਦੀ ਫੂਡ ਕ੍ਰਾਈਸਿਸ ਰਿਪੋਰਟ ਦਾ ਜ਼ਿਕਰ ਹੈ। ਸੰਯੁਕਤ ਰਾਸ਼ਟਰ ਦੇ ਮਹਾ ਸਕੱਤਰ ਐਂਟੋਨੀਓ ਨੇ ਕਿਹਾ ਕਿ ਦੁਨੀਆ ਵਿੱਚ ਵੱਡੀ ਗਿਣਤੀ ਵਿੱਚ ਅਨਾਜ ਅਸੁਰੱਖਿਆ 'ਚ ਜੀ ਰਹੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਜਿਹੇ ਲੋਕਾਂ ਨੂੰ ਤਤਕਾਲ ਪੌਸ਼ਟਿਕ ਆਹਾਰ ਦੀ ਲੋੜ ਹੈ। ਇਸ ਸੰਸਥਾ ਦੇ ਮੁੱਖ ਆਰਥਿਕ ਮਾਹਰ ਆਰਫ ਹੁਸੈਨ ਨੇ ਦੱਸਿਆ ਕਿ ਬੀਤੇ ਸਾਲ ਦੀ ਰਿਪੋਰਟ ਦੇ ਮੁਤਾਬਕ ਯੁੱਧ ਖੇਤਰ ਵਿੱਚ ਜਨਤਾ ਦੇ ਵਿੱਚ ਭੁੱਖਮਰੀ ਨੂੰ ਦੇਖਦਿਆਂ ਹੋਇਆਂ ਅਜਿਹੇ ਸੰਘਰਸ਼ਾਂ ਨੂੰ ਰੋਕਣ ਦੀ ਤੁਰੰਤ ਜ਼ਰੂਰਤ ਹੈ। ਮੈਂ ਕੱਲ੍ਹ ਦੇ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਇੱਕ ਗੱਲ ਦਾ ਜ਼ਿਕਰ ਕੀਤਾ ਸੀ ਕਿ 9.5 ਕਰੋੜ ਬੋਰੀ ਅਨਾਜ ਦੀ ਭਰੀ ਹੋਈ ਭਿੱਜ ਗਈ ਹੈ। ਉਹਦੇ ਤੋਂ ਬਾਅਦ ਦੂਸਰੇ ਦਿਨ ਅੱਜ ਫੇਰ ਬੀਤੇ ਕੁਝ ਘੰਟੇ ਪਹਿਲਾਂ ਪੰਜਾਬ ਦੇ ਵਿੱਚ, ਦਿੱਲੀ ਵਿੱਚ, ਹਰਿਆਣਾ ਵਿੱਚ ਲਗਾਤਾਰ ਫਿਰ ਮੀਂਹ ਪੈਂਦਾ ਰਿਹਾ। ਅਨਾਜ ਨੀਲੀ ਛੱਤ ਹੇਠ ਪਿਆ ਸੀ। ਕਰੋੜਾਂ ਦੀ ਗਿਣਤੀ ਦੇ ਵਿੱਚ ਬੋਰੀਆਂ ਭਿੱਜ ਗਈਆਂ ਨੇ। ਹੁਣ ਤੁਸੀਂ ਆਪ ਹਿਸਾਬ ਲਾਓ, ਜਿਹੜਾ ਬੀਤੇ ਕਈ ਦਿਨਾਂ ਤੋਂ ਵਾਰ-ਵਾਰ ਅਨਾਜ ਭਿੱਜ ਰਿਹਾ, ਕਣਕ ਭਿੱਜ ਰਹੀ ਹੈ, ਕੀ ਉਹ ਕਣਕ ਨੇ ਬਚਣਾ ਹੈ? ਇਹ ਉਹ ਅਨਾਜ ਹੈ ਜਿਹਦੀ ਸੁਚੱਜੇ ਤਰੀਕੇ ਨਾਲ ਸੰਭਾਲ ਕਰਕੇ ਆ ਜਿਹੜੇ ਲੋਕ, ਜਿਹੜੀ ਯੂਨਾਈਟਿਡ ਨੇਸ਼ਨ ਦੀ ਰਿਪੋਰਟ ਦੱਸ ਰਹੀ ਹੈ ਕਿ ਕਰੋੜਾਂ ਲੋਕ ਮੌਤ ਦੇ ਬਿਲਕੁਲ ਕਗਾਰ ਤੇ ਖੜੇ ਆ, ਜਿਨ੍ਹਾਂ ਨੂੰ 2 ਵਕਤ ਦੀ ਰੋਟੀ ਨਹੀਂ ਮਿਲ ਰਹੀ। ਉਹਨਾਂ ਵਿੱਚੋਂ ਬੱਚਿਆਂ ਦੇ ਸਿਰਫ ਪਿੰਜਰ ਨਜ਼ਰ ਆ ਰਹੇ ਨੇ। ਬੀਤੇ ਦਿਨੀ ਇੱਕ ਖਬਰ ਤੁਹਾਡੇ ਨਾਲ ਮੈਂ ਹੋਰ ਸਾਂਝੀ ਕੀਤੀ ਸੀ ਕਿ ਦੱਖਣੀ ਅਫਰੀਕਾ ਦੇ ਕੁਝ ਉਹ ਮੁਲਕ ਨੇ ਜਿਹੜੇ ਘਾਹ ਪੱਟ ਕੇ ਚੂੰਡ ਖਾ ਗਏ, ਦਰਖਤਾਂ ਦੇ ਪੱਤੇ ਖਾ ਕੇ ਤੇ ਹੁਣ ਟਿੱਡੀਆਂ ਖਾਣ ਵਾਸਤੇ ਮਜਬੂਰ ਨੇ। ਤੇ ਸਾਡੇ ਕਣਕ ਭਿੱਜ ਰਹੀ ਹੈ, ਸੰਭਾਲਣ ਵਾਲਾ ਕੋਈ ਨਹੀਂ। ਕਿੰਨੀ ਔਖੀ ਖੇਤਾਂ ਵਿੱਚ ਉਗਾਈ ਹੋਣੀ ਹੈ, ਕਿਵੇਂ ਵੱਢੀ ਹੋਣੀ ਹੈ ਤੇ ਕਿਵੇਂ ਬੋਰੀਆਂ 'ਚ ਪਈ ਹੋਣੀ ਹੈ। ਲਗਾਤਾਰ ਭਿੱਜ ਰਹੀ ਹੈ ਤੇ ਭਿੱਜੀ ਕਣਕ ਜਦੋਂ ਕਈ ਦਿਨ ਭਿੱਜੀ ਰਹੇ, ਤੁਸੀਂ ਆਪ ਸਿਆਣੇ ਹੋ ਕਿ ਉਹਨੇ ਬਚਣਾ ਹੈ ਜਾਂ ਉਹਨੇ ਗਲ ਜਾਣਾ ਹੈ। ਅਗਲੀ ਖਬਰ, ਇੱਕ ਪਾਸੇ ਤਾਂ ਸਰਕਾਰਾਂ ਤੋਂ ਅਨਾਜ ਨਹੀਂ ਦਿੱਤਾ ਜਾ ਰਿਹਾ, ਪਰ ਦੂਸਰੇ ਪਾਸੇ ਡਾਕਟਰ SP ਸਿੰਘ ਅਬਰਾਏ ਵਰਗੇ ਲੋਕਾਂ ਨੂੰ ਸੈਲਿਊਟ ਕਰਨਾ ਬਣਦਾ ਹੈ। ਸਰਬੱਤ ਦਾ ਭਲਾ ਟਰੱਸਟ ਦੇ ਉਹ ਬਾਨੀ ਨੇ। ਬੀਤੇ ਸਮੇਂ ਦੇ ਵਿੱਚ ਲਗਾਤਾਰ ਲੋਕਾਂ ਦੀਆਂ ਜ਼ਿੰਦਗੀਆਂ ਉਹ ਬਚਾਉਂਦੇ ਆ ਰਹੇ ਆ। ਭਾਵੇਂ ਦੁਬਈ ਦੀ ਗੱਲ ਹੋਵੇ, ਭਾਵੇਂ ਵਿਦੇਸ਼ਾਂ ਦੇ ਵਿੱਚ ਫਸੇ ਲੋਕਾਂ ਦੀ ਗੱਲ ਹੋਵੇ, ਭਾਵੇਂ ਜਿਹੜੀਆਂ ਬੱਚੀਆਂ ਕਿਸੇ ਗਲਤ ਲੋਕਾਂ ਦੇ ਧੱਕੇ ਚੜ ਗਈਆਂ ਸਨ, ਉਹਨਾਂ ਨੂੰ ਬਚਾ ਕੇ ਵਾਪਸ ਪੰਜਾਬ ਦੇ ਵਿੱਚ ਲਿਆਉਣ ਦੀ ਗੱਲ ਹੋਵੇ, ਭਾਵੇਂ ਜਿਹੜੇ ਉਹ ਚੀਨ ਦੀ ਗਲਵਾਨ ਘਾਟੀ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸੀ, ਉਹਨਾਂ ਦੇ ਪਰਿਵਾਰਾਂ ਨੂੰ ਪੱਕੀ ਪੈਨਸ਼ਨ ਲਾਉਣ ਦਾ ਕੰਮ ਹੋਵੇ, ਭਾਵੇਂ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੀਆਂ ਵਿਧਵਾ ਧੀਆਂ ਧਿਆਣੀਆਂ ਫਿਰਦੀਆਂ ਨੇ, ਜਾਂ ਜਿਨ੍ਹਾਂ ਦੇ ਮਾਂ ਮਰ ਗਈ ਤੇ ਬਾਪ ਨੇ ਉਹਨਾਂ ਨੂੰ ਸੰਭਾਲਿਆ ਨਾ, ਦਾਦੇ ਦਾਦੀ ਨੇ ਨਾ ਸੰਭਾਲਿਆ, ਨਾਨੇ ਨਾਨੀ ਕੋਲ ਰਹਿ ਰਹੇ ਨੇ, ਜਾਂ ਦਾਦਾ ਦਾਦੀ ਕੋਲ ਬੱਚੇ ਬੱਚੀਆਂ ਰਹਿ ਰਹੇ ਨੇ। ਹੁਣ ਉਹ ਨਾਨਾ ਨਾਨੀ ਜਾਂ ਦਾਦਾ ਦਾਦੀ ਕਿੰਨੀ ਕੁ ਉਮਰ ਤੱਕ ਬੈਠੇ ਰਹਿਣਗੇ? ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਹੜੇ ਲੋਕ ਡਾਇਲਿਸਿਸ ਕਰਵਾਉਂਦੇ ਨੇ, ਪਰ ਗਰੀਬ ਲੋਕ ਡਾਇਲਿਸਿਸ ਕਿਵੇਂ ਕਰਵਾਉਣ, ਉਹਨਾਂ ਦੇ ਡਾਇਲਿਸਿਸ ਕੀਤੇ ਜਾ ਰਹੇ ਨੇ। ਡਾਇਲਿਸਿਸ ਯੂਨਿਟ ਉਹਨਾਂ ਨੇ ਸਥਾਪਿਤ ਕੀਤੇ ਹੈ, ਥਾਂ ਥਾਂ ਤੇ ਡਿਸਪੈਂਸਰੀਆਂ ਸਥਾਪਿਤ ਕਰਨ ਲੱਗੇ ਹੋਏ ਨੇ। ਪਰ ਜਦੋਂ ਕਿਸਾਨ ਭਰਾ ਜਾ ਕੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ, ਉਹਨਾਂ ਨੂੰ ਪਾਣੀ ਤੇ ਹੋਰ ਪ੍ਰਬੰਧ ਵੀ ਕਰਕੇ ਦਿੱਤੇ। ਤੇ ਹੁਣ ਲਗਾਤਾਰ ਖਬਰਾਂ ਨੇ
कि गुरु नानक देव जी दे असी पैरोकार हाँ। उन्हां दा फलसफा की सी कि किरत करो, वंड छको ते नाम जपो। साडे वाला लाना पहला नाम जपण नूं कही जांदा है, फिर वंड छकण नूं कही जांदा, किरत बाਅਦ वाले थां ते, क्योंकि किरत आप करदी नहीं चिट्टी सिਉਂਕ ਜਿਹੜੇ बाबे कदे देखिਆ तुसीं खेती 'ਚ हल वाहुंदे। इस करके किरत करो तो पिछले पासे लै गए, हालांकि सिद्धांत सब तो पहला किरत करो। जे किरत करके कमावांगे बीजांगे फेर ही कुछ वड्डांगे ना, फेर ही वंडांगे। ਇਹਦੇ ਚੋਂ ਜਿਹੜਾ टाइम बचदा फेर ही नाम जपांगे। ਇਹ ਜਿਹੜਾ किरत करो वंड छको नाम जपो, ਮੈਨੂੰ लगदा कि सही अर्थां दे विच अपनी जिंदगी दे विच लागू कर रहे हैं डॉक्टर SP ਸਿੰਘ ओबराय। बगैर किसी स्वार्थ के दिन रात दीन दुखियां की सेवा दे विच लगे हुए है। कोविड महामारी दौरान बहुत सारे लोग प्रभावित होए, बहुत सारे लोड़वंद ने, उन्होंने पहला सुक्का राशन देंदे रहे ते हुण इसे मुहिम के तहत अफगानिस्तान तो उजड़ के आए ने भारत दे विच 20,000 के करीब शरणार्थी है। वो बेचारे तंग होए बैठे है। उन्होंने 3 महीने का सुक्का राशन अते मैडिकल का समान देण दा डॉक्टर SP ਸਿੰਘ ओबराय होरां ने फैसला कर लिया। इस संबंधी सांझी जानकारी की ट्रस्ट के मुखी डॉक्टर SP ਸਿੰਘ ओबराय ने। उन्होंने दस्सिया कि दिल्ली की समाज सेवका नविता श्रीकांत के राही अफगानिस्तान की अंबैसी के नाल उन्होंने संपर्क किया। उन्होंने जाणू करवाया कि अफगानिस्तान तो उजड़ के भारत आए लगभग 20,000 शरणार्थियों की कोरोना महामारी के कारण स्थिति चंगी नहीं, तरसयोग बनी हुई है। ना उन्होंने कोल कोई कामकार है, ना उन्होंने कोल इस वक्त कोई राशन है, ना उन्होंने कोल मैडिकल सहूलत है। इस करके उन्होंने दस्सिया कि अंबैसी की इस मंग नूं तुरंत असीं पूरा करांगे। उन्होंने सारे शरणार्थियों नूं सरबत दा भला चैरिटेबल ट्रस्ट के वल्लों 3 महीने तक सुक्का राशन भी दिता जाऊगा, लोड़ींदा मैडिकल समान भी मुहैया करवाया जाएगा। डॉक्टर ओबराय ने खुद दस्सिया कि अफगानिस्तान ने जिहड़े अंबैसडर ने फरीद मोहम्मद जाई, उन्होंने एक जूम मीटिंग की। जूम मीटिंग दौरान उन्होंने दस दिता कि दिल्ली विच, पुणे विच, हैदराबाद, कलकत्ता ये लोग रह रहे हैं शरणार्थियों के तौर पर। उन्होंने हर महीने 30 किलो सुक्का राशन देणगे। राशन दे विच 15 किलो आटा होगा, 5 किलो चौल होणगे, 3 किलो दाल होगी, 3 किलो खंड होऊ, 2 लीटर खाना बनाने वाला तेल ते कुछ होर समान होना है। उन्होंने दस्सिया कि समुचे राशन के अलावा मैडिकल का समान भी ट्रस्ट का उन्होंने सप्लाई किया जाऊ तो ये घट्टो घट्ट कहते साडा 2 करोड़ रुपया खर्च होना है। उन्होंने ये भी दस्सिया कि पहले महीने तो जिहड़ा राशन है ईद तो पहला पहुँचा दिता जाऊ जिहड़े प्रभावित शरणार्थी ने, जबकि लोड़ींदा मैडिकल समान उड़ीकण की लोड़ नहीं, अज कल च उन्होंने तक पुजदा कर दिता जाएगा। डॉक्टर ओबराय ने यह भी दस्सिया कि अंबैसी नूं मैं विश्वास दिवाया कि सिर्फ आही नहीं, भविख विच भी जेकर उन्होंने कोई जरूरत पैंदी है तो ट्रस्ट उन्हों का साथ देगा। दसना बनता कि मीटिंग दौरान डॉक्टर ओबराय के वलों अफगानिस्तान के शरणार्थियों तो इलावा पूरी दुनिया के अंदर लोड़वंदां वास्ते काम किया जा रहा है। जिस तरह मैं पहला जिक्र कर रहा सी, वो कहते असी भेद नहीं करते, कोई पाकिस्तानी कुछ लोग भी सी, असी उन्होंने भी दुबई तो छड़ा के लियाए सी। सिर्फ पंजाबी नहीं, असी कहते हरियाणे दे सी, भावें किसी होर सूबे सी, उन्होंने भी छड़ा के लियाए सी। ते कुछ होर सूबियां दीयां धीआं धयाणियां सी जिहड़े बाहरले मुल्कां विच फसियां सी, उन्होंने भी छड़ा के लियाए सी। डॉक्टर ओबराय ने यह भी दस्सिया कि अंबैसडर ने आख्या कि हाले माहौल ठीक नहीं, माहौल ठीक होने तो बाद निजी तौर पर कहते मैं पटियाले तुहानूं मिल के जाना चाहुंदा, ये मेरी निजी इच्छा है। तो हुण अगली खबर, काम सरकारां दे ने पर कर्म समाज सेवी जथेबंदियां कर रही ने। ਇਹਦੇ ਵਿੱਚ भी इस खबर ਵਿੱਚ भी जिक्र डॉक्टर SP ਸਿੰਘ ओबराय ਦਾ होना ही होना है। औखी घड़ी है, ऑक्सीजन लोगों को मिल नहीं रहा। उन्होंने पंजाब सरकार को कहा कि साडा ट्रस्ट ऑक्सीजन प्लांट लगाउण दे विच तुसीं लाओ, अद्धा खर्च चुक लू, अद्धा खर्च सरकार चुक लवे। SP ਸਿੰਘ ओबराय ने मुख्यमंत्री कैप्टन अमरिंदर सिंह को एक ट्वीट करके बेनती की है कि पंजाब सरकार नवे ऑक्सीजन प्लांट बनावे, योजना ते काम करे। जे बहुते ही घट्टो घट्ट 10 नवे सरकारी प्लांट तां बनावे, किन्नी देर तक असी दूसरियां वाल हथ अड्डी जावांगे। वो कहंदे 10 प्लांट लाओ, सरकार लावे, 5
ਭਾਵ ਸਰਕਾਰ ਦੇ ਹੋਣਗੇ ਤੇ 5 ਅਸੀਂ ਲਾ ਦੇਵਾਂਗੇ। ਕਹਿਣ ਦਾ ਭਾਵ ਕਿ ਅੱਧਾ ਖਰਚ ਸਾਡਾ ਟਰਸਟ ਚੁੱਕ ਲਓ। ਹੁਣ ਤੁਸੀਂ ਹਿਸਾਬ ਲਾਓ ਕਿ ਇਸ ਤਰ੍ਹਾਂ ਦੇ ਟਵੀਟ ਆਪਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ, ਯੋਗੀ ਵੱਲੋਂ, ਖੱਟੜ ਵੱਲੋਂ, ਮੋਦੀ ਵੱਲੋਂ ਆਉਣੇ ਚਾਹੀਦੇ ਆ ਕਿ ਅਸੀਂ ਫੈਸਲਾ ਕਰ ਲਿਆ ਕਿ ਪਲਾਂਟ ਆਕਸੀਜਨ ਦੇ ਲਾਉਣ ਲੱਗੇ ਆ। ਪਰ ਕੌਣ ਕਰ ਰਿਹਾ? ਕਰ ਰਹੇ ਨੇ ਸਮਾਜ ਸੇਵੀ ਜਥੇਬੰਦੀਆਂ ਵਾਲੇ। ਇਹਦੇ ਤੋਂ ਬਾਅਦ ਦੇਖਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਇਹਦਾ ਕੋਈ ਜਵਾਬ ਡਾਕਟਰ ਐਸਪੀ ਉਬਰਾਏ ਸਾਹਿਬ ਨੂੰ ਦਿੰਦੇ ਆ ਜਾਂ ਨਹੀਂ। ਪਰ ਉਹਨਾਂ ਨੇ ਕਹਿ ਦਿੱਤਾ ਕਿ 10 ਪਲਾਂਟ ਲਾਓ, ਅੱਧਾ ਖਰਚ ਅਸੀਂ ਚੁੱਕ ਲਾਂਗੇ। ਅਗਲੀ ਖਬਰ ਇਹ ਵੀ ਪਟਿਆਲਾ ਨਾਲ ਸੰਬੰਧਿਤ ਹੈ। ਲਗਭਗ ਹਫ਼ਤਾ ਕੁ ਪਹਿਲਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ 3 ਕੈਦੀ ਫਰਾਰ ਹੋ ਗਏ ਸੀ। ਜਾਣਕਾਰੀ ਮਿਲੀ ਹੈ ਕਿ ਤਿੰਨਾਂ ਦੇ ਵਿੱਚੋਂ ਇੱਕ ਕੈਦੀ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਿਸ ਦੀ ਪਹਿਚਾਣ ਇੰਦਰਜੀਤ ਸਿੰਘ ਧਿਆਨਾ ਵਜੋਂ ਕੀਤੀ ਗਈ ਹੈ। ਇਹ ਕੈਦੀ ਕਪੂਰਥਲਾ ਦੇ ਪਿੰਡ ਰਾਣੀਪੁਰ ਕੰਬੋਆ ਦਾ ਦੱਸਿਆ ਜਾ ਰਿਹਾ ਹੈ। ਇੰਦਰਜੀਤ ਦੇ ਖਿਲਾਫ ਨਸ਼ਾ ਤਸਕਰੀ ਅਤੇ ਹੋਰ ਵਾਰਦਾਤਾਂ ਦੇ ਲਗਭਗ ਦਰਜਨ ਕੇਸ ਦਰਜ ਨੇ। ਉਧਰ ਦੂਸਰੇ ਪਾਸੇ ਕੈਦੀਆਂ ਦੀ ਜਿਹੜੇ 2 ਹਾਲੇ ਪੁਲਿਸ ਨੂੰ ਹੱਥ ਨਹੀਂ ਲੱਗੇ, ਦੱਸਿਆ ਜਾ ਰਿਹਾ ਕਿ ਸਰਗਰਮੀ ਨਾਲ ਭਾਲ ਜਾਰੀ ਹੈ। ਇਹਨਾਂ ਦੇ ਵਿੱਚੋਂ ਇੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਨੀਕੇ ਪਿੰਡ ਦਾ ਰਹਿਣ ਵਾਲਾ ਸ਼ੇਰ ਸਿੰਘ ਦੱਸਿਆ ਜਾ ਰਿਹਾ ਹੈ। ਸ਼ੇਰ ਸਿੰਘ ਨੂੰ ਬਰਤਾਨੀਆ ਤੋਂ ਭਾਰਤ ਲਿਆਂਦਾ ਗਿਆ ਸੀ। ਕਤਲ ਦੇ ਇੱਕ ਮਾਮਲੇ ਦੇ ਵਿੱਚ ਬਰਤਾਨੀਆ ਦੀ ਇੱਕ ਅਦਾਲਤ ਨੇ ਉਸ ਨੂੰ 22 ਵਰ੍ਹਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਇੱਕ ਕੈਦੀ ਜ਼ਿਲ੍ਹਾ ਰੋਪੜ ਦੇ ਪਿੰਡ ਢਾਡੀ ਦਾ ਰਹਿਣ ਵਾਲਾ ਜਸਪ੍ਰੀਤ ਸਿੰਘ ਨੂਪੀ ਹੈ। ਨੂਪੀ ਵੀ ਕਤਲ ਕੇਸ ਦਾ ਸਾਹਮਣਾ ਕਰ ਰਿਹਾ ਹੈ, ਪਰ ਹਾਲੇ ਉਸ ਦਾ ਕੇਸ ਵਿਚਾਰ ਅਧੀਨ ਹੈ, ਭਾਵ ਉਹ ਹਾਲੇ ਹਵਾਲਾਤੀ ਸੀ। ਪਟਿਆਲੇ ਦੇ ਐਸਐਸਪੀ ਵਿਕਰਮਜੀਤ ਦੁੱਗਲ ਨੇ ਕੈਦੀ ਧਿਆਨੇ ਦੀ ਗ੍ਰਿਫਤਾਰੀ ਦਾ ਖੁਲਾਸਾ ਕਰਦਿਆਂ ਜਾਣਕਾਰੀ ਦਿੱਤੀ ਕਿ ਉਹਦੀ ਪੈੜ ਨੱਪਰ ਹੀ ਪੁਲਿਸ ਨੇ ਇਹ ਗ੍ਰਿਫਤਾਰੀ ਕਪੂਰਥਲਾ ਪੁਲਿਸ ਨਾਲ ਮਿਲ ਕੇ ਇੱਕ ਸਾਂਝਾ ਆਪਰੇਸ਼ਨ ਵਿੱਢ ਕੇ ਕੀਤੀ ਹੈ। ਇੰਦਰਜੀਤ ਧਿਆਨਾ ਦੀ ਗ੍ਰਿਫਤਾਰੀ ਨੇ ਕੈਦੀਆਂ ਦੇ ਫਰਾਰ ਹੋਣ ਦਾ ਭੇਦ ਵੀ ਖੋਲ੍ਹ ਦਿੱਤਾ ਹੈ ਕਿ ਅਸਲ ਉਹ ਭੱਜੇ ਕਿਵੇਂ। ਇਹਨਾਂ ਨੇ ਦੱਸਿਆ ਕਿ ਇਹ ਕੈਦੀ ਚਾਦਰਾਂ ਅਤੇ ਇੱਕ ਲੋਈ ਨੂੰ ਰੱਸੀ ਦਾ ਰੂਪ ਦੇਣ ਤੋਂ ਮਗਰੋਂ ਜੇਲ੍ਹ ਦੀਆਂ ਕੰਧਾਂ ਨੂੰ ਕ੍ਰਾਸ ਕਰ ਗਿਆ, ਟੱਪ ਗਏ। ਇਹ ਚੱਕੀ ਨੰਬਰ 9 ਦੇ ਵਿੱਚ ਬੰਦ ਸੀ। ਉਸੇ ਬਾਥਰੂਮ ਨੂੰ ਉਹਨਾਂ ਨੇ ਪਹਿਲਾਂ ਪਾੜ ਲਾਇਆ, ਚੱਕੀ ਵਿੱਚੋਂ ਬਾਹਰ ਨਿਕਲੇ, ਫਿਰ ਉਹਨਾਂ ਨੇ 3 ਚਾਦਰਾਂ ਤੇ ਇੱਕ ਲੋਈ ਨੂੰ ਵਿਚਕਾਰੋਂ ਪਾੜ ਕੇ ਉਹਦਾ ਰੱਸਾ ਬਣਾਇਆ, ਰੱਸੀ ਬਣਾਈ। ਉਹਨਾਂ ਨੇ ਪਹਿਲਾਂ ਜੇਲ੍ਹ ਵਿਚਕਾਰ ਜਿਹੜੀ 12 ਫੁੱਟ ਦੀ ਦੀਵਾਰ ਸੀ, ਇਸ ਰੱਸੀ ਦੇ ਸਹਾਰੇ ਉਹ ਟੱਪੀ। ਫਿਰ ਬਾਹਰਲੀ 18 ਫੁੱਟ ਉੱਚੀ ਕੰਧ ਟੱਪੀ। ਕੰਧ ਦੋਵੇਂ ਕੰਧਾਂ ਟੱਪਣ ਤੋਂ ਬਾਅਦ ਇੱਕ ਕੈਮਰੇ ਦੇ ਵਿੱਚ, ਪਹਿਲਾਂ ਜਦੋਂ ਜੇਲ੍ਹ ਦੇ ਵਿੱਚੋਂ ਇਹ ਕਾਰਵਾਈ ਕਰ ਰਹੇ ਸੀ, ਇੱਕ ਕੈਮਰੇ 'ਚ ਵੀ ਥੋੜਾ ਸਮੇਂ ਵਾਸਤੇ ਉਹ ਕੈਦ ਹੋਏ, ਪਰ ਉਹਦੇ ਤੋਂ ਅੱਗੇ ਕੋਈ ਕੈਮਰਾ ਨਹੀਂ ਸੀ ਜਿੱਥੋਂ ਇਹ ਟੱਪਣ ਵਿੱਚ ਕਾਮਯਾਬ ਹੋ ਗਏ। ਸੂਤਰਾਂ ਦੇ ਅਨੁਸਾਰ ਉਹ ਸਿੱਧੂ ਕਲੋਨੀ ਰਾਹੀਂ ਹੁੰਦੇ ਹੋਏ ਸਰਹੰਦ ਰੋਡ ਤੇ ਪਹੁੰਚੇ। ਉੱਥੋਂ ਇੱਕ ਟਰੱਕ ਨੂੰ ਹੱਥ ਦਿੱਤਾ, ਟਰੱਕ ਦੇ ਰਾਹੀਂ ਮੋਹਾਲੀ ਪਹੁੰਚ ਗਏ। ਉੱਥੋਂ ਫਿਰ ਉਹ ਕਿਸੇ ਤਰੀਕੇ ਨਾਲ ਕੀਰਤਪੁਰ ਸਾਹਿਬ ਪਹੁੰਚ ਗਏ। ਤੇ ਆਲਾ ਤੇ ਮਿਆਰੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਅੱਜ ਧਿਆਨੇ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਲੈ ਕੇ ਆਈ। ਪਹਿਲਾਂ ਉਹਨੂੰ ਕਹਿੰਦੇ 10 ਆ ਦੁਬਾਰਾ ਘਟਨਾ ਉਵੇਂ ਅੰਜਾਮ ਦੇ ਕੇ ਦਿਖਾ, ਸਾਨੂੰ ਪਤਾ ਲੱਗੇ ਕਿ ਸੱਚ ਬੋਲਦਾ ਕਿ ਝੂਠ ਬੋਲਦਾ ਹੈ। ਪਤਾ ਲੱਗਿਆ ਕਿ ਉਸੇ ਤਰੀਕੇ ਨਾਲ ਉਸੇ ਪਾੜ ਰਾਹੀਂ ਉਹ ਫਿਰ ਬਾਹਰ ਨਿਕਲਿਆ। ਉਹਨੇ ਹੀ ਚਾਦਰਾਂ ਦੇ ਰਾਹੀਂ ਫਿਰ ਦੁਬਾਰਾ ਉਹਨੇ ਦੋਵੇਂ ਕੰਧਾਂ ਟੱਪ ਕੇ ਦਿਖਾਈਆਂ। ਤੁਸੀਂ ਦੇਖੋ ਕਿ ਜੇਕਰ 12 ਫੁੱਟ ਉੱਚੀ ਕੰਧ ਟੱਪਣੀ ਸੁਖਾਲੀ ਨਹੀਂ, ਫਿਰ 18 ਫੁੱਟ ਉੱਚੀ ਕੰਧ, ਫਿਰ ਕੰਧਾਂ ਦੇ ਉੱਤੇ ਕੰਡਿਆਲੀਆਂ ਤਾਰਾਂ ਵੀ ਲੱਗੀਆਂ ਹੋਈਆਂ ਨੇ, ਕੱਚ ਵੀ ਲੱਗਿਆ ਹੋਇਆ ਹੈ। ਇਹ ਨਾ ਵੀ ਲੱਗਿਆ ਹੋਵੇ, ਉੱਥੇ ਤੇ 24 ਘੰਟੇ ਸਿਕਿਉਰਿਟੀ ਰਹਿੰਦੀ ਹੈ। ਭਾਵੇਂ ਕੰਮ ਨੂੰ ਇਸ ਤਰ੍ਹਾਂ ਅੰਜਾਮ ਦੇਣ ਦਾ ਬਾਬਤ ਦੱਸ ਦਿੱਤਾ ਗਿਆ ਕਿ ਚਾਦਰਾਂ ਪਾੜ ਲਈਆਂ, ਲੋਈ ਪਾੜ ਲਈ, ਰੱਸਾ ਬਣਾ ਲਿਆ ਗਿਆ, ਕੰਧਾਂ ਟੱਪ ਗਏ, ਪਾੜ ਲਾ ਲਿਆ, ਪਰ ਜਿਹੜੇ ਸੁਰੱਖਿਆ ਮੁਲਾਜ਼ਮ ਸੀ ਉਹ ਕੀ ਕਰਦੇ ਸੀ? ਸੁੱਤੇ ਪਏ ਸੀ। ਤੁਸੀਂ ਆਪ ਹਿਸਾਬ ਲਾ ਕੇ ਦੇਖੋ ਕਿ ਜੇਲ੍ਹ ਇਹ ਕੋਈ ਫਿਲਮ ਦੀ ਕਹਾਣੀ ਨਹੀਂ ਆਪਾਂ ਡਿਸਕਸ ਕਰ ਰਹੇ। ਅਸਲ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਣਾ ਕੋਈ ਸੁਖਾਲਾ ਨਹੀਂ ਜਦੋਂ ਚੱਪੇ ਚੱਪੇ ਤੇ ਪਹਿਰਾ ਹੋਵੇ। ਇਹ ਪਤਾ ਜੇ ਇਹ ਕੰਮ ਕਰਾਂਗੇ ਗੋਲੀ ਵੱਜ ਸਕਦੀ ਹੈ, ਪਰ ਫਿਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਲ੍ਹ ਦੇ ਅੰਦਰੋਂ ਕੋਈ ਨਾ ਕੋਈ ਮੁਲਾਜ਼ਮ ਉਹਨਾਂ ਨਾਲ ਮਿਲਿਆ ਜ਼ਰੂਰ ਹੋਣਾ। ਅਗਲੀ ਖਬਰ ਇਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਹੈ। ਅੱਜ ਦਾ ਤੰਤਰ ਬਿਮਾਰ ਨਹੀਂ, ਸਗੋਂ ਵੈਂਟੀਲੇਟਰ ਤੇ ਲੱਗਿਆ ਪਿਆ। ਤੁਹਾਨੂੰ ਪਤਾ ਲੱਗੂਗਾ ਲੋਕ ਝੂਠ ਕਿੰਨਾ ਬੋਲ ਰਹੇ ਨੇ, ਖਾਸ ਕਰਕੇ ਸਰਕਾਰੀ ਤੰਤਰ ਲੋਕਾਂ ਨੂੰ ਬੇਵਕੂਫ ਕਿਵੇਂ ਬਣਾ ਰਿਹਾ ਹੈ। ਇਹਦੀ ਪੋਲ ਕਿਸੇ ਪੱਤਰਕਾਰ ਨੇ, ਕਿਸੇ ਏਜੰਸੀ ਨੇ ਨਹੀਂ ਖੋਲੀ, ਸਗੋਂ ਹਾਈ ਕੋਰਟ ਖੁਦ ਮਰੀਜ਼ ਬਣ ਕੇ ਇਸ ਤੰਤਰ ਦੀ ਪੋਲ ਖੋਲ ਰਿਹਾ ਹੈ। ਯੂਪੀ ਦੇ ਵਿੱਚ ਕੋਵਿਡ ਦੇ ਹਾਲਾਤ ਕਿਸ ਕਦਰ ਵਿਗੜੇ ਨੇ, ਇਸ ਗੱਲ ਦਾ ਖੁਲਾਸਾ ਆ ਖਬਰ ਕਰੂ।
योगी सरकार के अफसर लोगों को लगातार किवें गुमराह कर रहे हैं, बेवकूफ बना रहे हैं, इसका पर्दाफाश खुद इलाहाबाद की हाई कोर्ट ने किया है। यूपी दे विच लैवल 2 ते लैवल 3 हस्पतालों के बैड खाली दसे जा रहे हैं। सरकारी पोर्टल के अनुसार आइसोलेशन बैड भी हैगे, ICU दे विच भी बैड लोनी दे पए ने, ते नाल वेंटीलेटर की भी कोई कमी नहीं। योगी भी कही जाता है कि ऑक्सीजन की कोई कमी नहीं, पर एक फोन किया गया, सारा काम गोलमाल, सारा पर्दाफाश हो गया। सरकारी पोर्टल के अनुसार लखनऊ के हरि प्रसाद इंस्टीट्यूट ऑफ मैडिकल साइंस के विच मंगलवार की सवेर 192 बैड खाली सी। तुसी देखो, यदि पोर्टल की सच्चाई जानने के वास्ते हस्पताल नूं खुद फोन किया गया। पोर्टल दे विच दस्सिया जा रहा है कि इस हस्पताल दे विच बैड खाली ने। हाई कोर्ट के जज के सामने फोन मिलाया गया तो फोन का स्पीकर ऑन कर लिया गया कि आह देखो जी फलाने हस्पताल नूं जिथे पोर्टल दस रहा कि बैड खाली पे ने, आपां वेखीए। क्योंकि फोन तो लोग ही पुछते हैं, उन्होंने थोड़ी पता है कि यह हाई कोर्ट चों फोन आ रहा है। फोन चुकया गया, अग्यों जवाब मिल रहा है कि हस्पताल दे विच कोई बैड खाली नहीं। सरकारी पोर्टल ते बैड भी खाली दसे जा रहे हैं, ICU भी खाली दसी जा रही है, ते नाल वेंटीलेटर ते ऑक्सीजन भी फुल दसी जा रही है। इस तो इलावा हाई कोर्ट के जज सिद्धार्थ वर्मा ते अजीत कुमार की डबल बेंच ने जज वीरेंद्र श्रीवास्तव भाव BK की मौत के मामले पर भी रिपोर्ट तलब की है। दसना बनता है कि जद जज श्रीवास्तव कोरोना नाल पीड़ित होए तां ओह बीती 23 अप्रैल नूं लखनऊ के राम मनोहर लोहिया हस्पताल दे विच गए कि इत्थे दाखल होइए। उत्थे गए पर उन्होंने किसी ने अटेंड नहीं किया। जदों बाद दे विच दाखल कर लिया तो सारा दिन उन्हों का इलाज करने वास्ते कोई ना आया। लगातार जज साहब की हालत बिगड़ती गई तो वह जज हाई कोर्ट के सन। अखीर विच उन्हां दी 28 अप्रैल नूं मौत हो गई। मिली जानकारी के अनुसार बाद जो मैडिकल स्टाफ नूं, हस्पताल के स्टाफ नूं यह पता लग्या कि आ जिहड़ा मरीज जिन्हों आपां पुछिया ही नहीं सवेरदियां ने, ये आम मरीज नहीं, ये तो जज है। फिर उन्होंने भज दौड़ करके PGI के VVIP वार्ड के विच भर्ती भी करवा दिता। इलाज तो करन लग गए पर उन्होंने बचाया ना जा सकिया। हाई कोर्ट ने यह भी रिपोर्ट तलब की है कि जज श्रीवास्तव नूं उन्हां दी स्थिति नूं देखदे होए जदों 23 अप्रैल नूं हस्पताल दे विच दाखल होए सी, पहली गल दस्सिओ कि उन्होंने देखिया क्यों नहीं गया। दूसरी गल जदों तुहानूं यह पता लग गया कि यह जज है, उस वक्त PGI भर्ती करवाया तो पहला क्यों ना भर्ती किया गया, पहला क्यों ना उत्थे रैफर किया गया। यह भी पता लग्या कि 23 अप्रैल की सवेर लखनऊ के राम मनोहर लोहिया हस्पताल दे विच जदों उन्होंने भर्ती किया गया, शाम तक कोई देखण ना आया। लगभग शाम के 7:30 बजे सेहत जो बिगड़ी, फिर उन्होंने वेंटीलेटर पर पाया गया। पता लगन ते कि यह जज ने, फिर वो कहते फिर आम लोगों का की हाल होंदा होना है। 5 दिन उन्होंने इलाज चलिया पर इलाज दौरान सेहत बेहतर ना हो सकी तो आखिरकार 28 अप्रैल नूं उन्हां दी मौत हो गई। हुण मानयोग अदालत ने रिपोर्ट तलब कर ली है योगी सरकार तो। वो कहते सरकारी पोर्टल ते 192 बैड खाली दसे जा रहे हैं। असी अदालत दे विचों स्पीकर ला के फोन करते हैं तो संबंधित हस्पताल कह रहे हैं कि बैड है नहीं। वो कहते ये दस्सिया जाए कि चोर बाजारी है या लोगों को गुमराह किया जा रहा है। जे सरकारां झूठ बोल रही ने, सरकारी तंत्र झूठ बोल रहा है, तो लोगों को असीं किहदे आसरे छड्ड दईए। तुसीं देखो कि बीते दिनों तो लगातार हाई कोर्ट्स ते सुप्रीम कोर्ट सरकारां नूं झाड़दी आ रही है। ते अज तक कदी इंज नहीं सी सुनिया कि अदालत खुद स्पीकर फोन ते गल किसी हस्पताल नाल करे, क्योंकि लगातार शिकायतां जा रही सी कि हस्पताल दे विच बैड है नहीं। अदालतां दीआं अखां दे विच घट्टा पाउण दे वास्ते झूठ बोलिया जा रहा है सरकारी पोर्टल ते। फिर उस मुल्क दा रब राखा नहीं। जे नहीं तो दसो लोग ताकि हस्पतालों वालों वहीरा घत घत के ना जाण। एक वीडियो अज तुहानूं पंजाब बोलदा दे विच सांझी कीती सी कि समाज सेवी जथेबंदियां अपने पद्धर ते ऑक्सीजन खरीद के लोगों को ऑक्सीजन वंड रही ने। दिल्ली पुलिस आउंदी है, ऑक्सीजन जब्त करके ले जाती है।
ਉਹ ਕਹਿੰਦੇ ਸਾਨੂੰ ਦੱਸ ਦਿਓ, ਸਰਕਾਰ ਦੇ ਨਹੀਂ ਰਹੀ, ਲੋਕ ਮਰ ਰਹੇ ਨੇ, ਕਿ ਅਸੀਂ ਲੰਗਰ ਵੀ ਨਹੀਂ ਲਾ ਸਕਦੇ। ਹੋਣਾ ਤਾਂ ਇਹ ਚਾਹੀਦਾ ਸੀ ਕਿ ਤੁਸੀਂ ਸਾਨੂੰ ਪੁੱਛਦੇ ਕਿ ਆਹ ਸਿਲੰਡਰ ਕਿੱਥੋਂ ਲਿਆਂਦੇ ਆ, ਤੁਹਾਡੇ ਤੋਂ ਕਾਲਾ ਬਾਜ਼ਾਰੀ ਤਾਂ ਨਹੀਂ ਕੀਤੀ ਗਈ, 5-700 ਵਾਲਾ 5-7 ਹਜ਼ਾਰ ਨੂੰ ਤਾਂ ਨਹੀਂ ਦਿੱਤਾ ਗਿਆ, ਪਰ ਤੁਸੀਂ ਸਿਲੰਡਰ ਹੀ ਜ਼ਬਤ ਕਰਕੇ ਲੈ ਗਏ। ਉਹ ਕਹਿੰਦੇ ਅਕਲ ਨੂੰ ਹੱਥ ਮਾਰੋ, ਜੋ ਕੰਮ ਸਰਕਾਰ ਨਹੀਂ ਕਰ ਰਹੀ, ਜੇ ਅਸੀਂ ਕਰਨਾ ਚਾਹੁੰਦੇ ਹਾਂ, ਅਸੀਂ ਲੋਕਾਂ ਨੂੰ ਸਾਹ ਦੇਣਾ ਚਾਹੁੰਦੇ ਹਾਂ, ਜ਼ਿੰਦਗੀ ਦੇਣੀ ਚਾਹੁੰਦੇ ਹਾਂ, ਤਾਂ ਲੋਕਾਂ ਨੂੰ ਮੌਤ ਨਾ ਦਿੱਤੀ ਜਾਵੇ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਕੁ ਖਬਰਾਂ, ਵਿਸਥਾਰ ਤੇ ਟਿੱਪਣੀਆਂ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇਕਰ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਵੀ ਕਰ ਲੈਣਾ, ਸ਼ੇਅਰ ਵੀ ਕਰ ਦੇਣਾ, ਤੇ ਨਾਲ ਆਪਣੇ ਖੂਬਸੂਰਤ ਕਮੈਂਟ ਜ਼ਰੂਰ ਕਰਿਓ। ਤੇ ਜੇਕਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।